हेलो एवरीवन वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਫਿਜ਼ਿਕਸ ਦਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ, ਜਿਹਦੇ ਵਿੱਚ ਆਪਾਂ ਨੈਕਸਟ ਕਰਾਂਗੇ ਫੈਰੋਮੈਗਨੇਟਿਜ਼ਮ ਬਿਕੋਜ਼ ਸਿਲੇਬਸ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੋਇਆ। ਸੋ ਫੈਰੋਮੈਗਨੇਟਿਜ਼ਮ ਕੀ ਆ? ਸਭ ਤੋਂ ਪਹਿਲਾਂ ਫੈਰੋਮੈਗਨੈਟਿਕ ਸਬਸਟੈਂਸ ਹੁੰਦੇ ਕੀ ਆ? ਫੈਰੋਮੈਗਨੈਟਿਕ ਸਬਸਟੈਂਸ ਉਹ ਸਬਸਟੈਂਸ ਜਿਹੜੇ ਸਟਰੋਂਗਲੀ ਅਟਰੈਕਟ ਹੁੰਦੇ ਬਾਏ ਦਾ ਮੈਗਨੇਟ, ਜਿਨ੍ਹਾਂ ਨੂੰ ਮੈਗਨੇਟ ਬਹੁਤ ਸਟਰੋਂਗਲੀ ਅਟਰੈਕਟ ਕਰਦੀ ਆ। ਤੇ ਫੈਰੋਮੈਗਨੈਟਿਜ਼ਮ ਜਿਹੜਾ ਉਹ ਸਿਰਫ ਫਾਊਂਡ ਹੁੰਦਾ ਇਨ ਦਾ ਸੋਲਿਡ, ਨਾ ਲਿਕੁਇਡ 'ਚ ਹੁੰਦਾ ਨਾ ਗੈਸਿਸ 'ਚ, ਇਹ ਸਿਰਫ ਹੁੰਦਾ ਸੋਲਿਡ 'ਚ। ਇਹ ਪੁੱਛਿਆ ਜਾ ਸਕਦਾ ਪੇਪਰ 'ਚ। 5 ਐਲੀਮੈਂਟ ਆ ਜਿਹੜੇ 'ਚ ਸਾਨੂੰ ਫੈਰੋਮੈਗਨੈਟਿਜ਼ਮ ਦੀ ਪ੍ਰੋਪਰਟੀ ਮਿਲਦੀ ਆ: ਆਇਰਨ, ਕੋਬਾਲਟ, ਨਿਕਲ, ਗੈਡੋਲੀਨੀਅਮ, ਡਾਇਸਪਰੋਜ਼ੀਅਮ ਐਂਡ ਨੰਬਰ ਆਫ ਦੇਅਰ ਐਲੋਇਜ਼। ਇਹਨਾਂ ਦੀਆਂ ਸਾਰੀਆਂ ਦੀਆਂ ਐਲੋਇਜ਼ ਫॉर them ਇਹਨਾਂ ਲਈ ਹੁੰਦੀ ਕੀ ਹੈ? ਸਸਕੈਪਟੇਬਿਲਿਟੀ ਪੋਜ਼ੀਟਿਵ ਹੁੰਦੀ ਹੈ ਤੇ ਰਿਲੇਟਿਵ ਪਰਮਿਟਿਵਿਟੀ ਜਿਹੜੀ ਉਹ ਗ੍ਰੇਟਰ ਦੈਨ ਯੂਨਿਟੀ ਹੁੰਦੀ ਆ। ਤੇ ਜੇ ਕਿਸੇ ਫੈਰੋਮੈਗਨੈਟਿਕ ਸਬਸਟੈਂਸ ਨੂੰ ਤੁਸੀਂ ਹੀਟ ਕਰਦੇ ਆ, ਇਹਦੀ ਸਸਕੈਪਟੇਬਿਲਿਟੀ ਘਟਣੀ ਸ਼ੁਰੂ ਹੋ ਜਾਂਦੀ ਆ। ਤੇ ਕਿਸੇ ਸਰਟਨ ਟੈਂਪਰੇਚਰ 'ਤੇ ਜਾ ਕੇ, ਸਰਟਨ ਟੈਂਪਰੇਚਰ, ਉਹ ਟੈਂਪਰੇਚਰ ਨੂੰ ਕਿਊਰੀ ਟੈਂਪਰੇਚਰ ਬੋਲਦੇ ਆ, ਇਹ ਆਪਣਾ ਲੋਸ ਕਰ ਦਿੰਦੀ ਫੈਰੋਮੈਗਨੈਟਿਜ਼ਮ ਤੇ ਬਣ ਜਾਂਦੀ ਪੈਰਾਮੈਗਨੈਟਿਜ਼ਮ। ਮਤਲਬ ਕਿਊਰੀ ਟੈਂਪਰੇਚਰ ਉਹ ਟੈਂਪਰੇਚਰ ਹੈ ਇੱਕ ਜਿੱਥੇ ਜਾ ਕੇ ਇਹਦਾ ਫੈਰੋਮੈਗਨੈਟਿਜ਼ਮ ਖਤਮ ਹੋ ਗਿਆ ਤੇ ਇਹ ਬਣ ਗਈ ਪੈਰਾਮੈਗਨੈਟਿਕ। ਇਸ ਲਈ ਕਿਹਾ ਜਾਂਦਾ ਜਿੰਨੇ ਵੀ ਫੈਰੋਮੈਗਨੈਟਿਕ ਸਬਸਟੈਂਸ ਆ ਬੇਸਿਕਲੀ ਹੈ ਪੈਰਾਮੈਗਨੈਟਿਜ਼ਮ ਹੀ ਹੈ, ਬਟ ਇਹ ਨਹੀਂ ਕਹਿ ਸਕਦੇ ਕਿ ਪੈਰਾਮੈਗਨੈਟਿਕ ਫੈਰੋਮੈਗਨੈਟਿਕ ਆ। ਕਲੀਅਰ ਹੈ ਜੀ? ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ। ਫੈਰੋਮੈਗਨੈਟਿਕ ਸਬਸਟੈਂਸ ਉਹ ਸਬਸਟੈਂਸ ਹੁੰਦੇ ਜਿਹੜੇ ਸਟਰੋਂਗਲੀ ਅਟਰੈਕਟ ਹੁੰਦੇ ਬਾਈ ਦੀ ਮੈਗਨੇਟ। ਤੇ ਜਿਹੜਾ ਫੈਰੋਮੈਗਨੈਟਿਜ਼ਮ ਉਹ ਸਿਰਫ ਸੋਲਿਡ 'ਚ ਪਾਇਆ ਜਾਂਦਾ, ਨਾ ਲਿਕੁਇਡ ਨਾ ਗੈਸਿਸ ਦੇ ਵਿੱਚ। 5 ਐਲੀਮੈਂਟ ਹੈਗੇ ਨੇ: ਆਇਰਨ, ਕੋਬਾਲਟ, ਨਿਕਲ, ਗੈਡੋਲੀਅਮ ਐਂਡ ਡਿਸਪਰੋਜ਼ੀਅਮ ਤੇ ਉਹਨਾਂ ਦੀਆਂ ਅਲੋਇਜ਼। ਸਸਕੈਪਟੇਬਿਲਿਟੀ ਇਹਨਾਂ ਲਈ ਪੋਜ਼ੀਟਿਵ ਹੁੰਦੀ, ਪਰਮੇਬਿਲਿਟੀ ਜਿਹੜੀ ਆ ਉਹ ਗ੍ਰੇਟਰ ਦੈਨ 1 ਹੁੰਦੀ, ਯੂਨਿਟੀ ਰਿਲੇਟਿਵ ਪਰਮਿਟਿਵਿਟੀ। ਤੇ ਜੇ ਇਹਨੂੰ ਅਸੀਂ ਹੀਟ ਕਰ ਦਈਏ ਸਸਕੈਪਟੇਬਿਲਿਟੀ ਘਟ ਜਾਂਦੀ ਹੈ ਤੇ ਖਾਸ ਟੈਂਪਰੇਚਰ 'ਤੇ ਜਾ ਕੇ ਕਿਊਰੀ ਟੈਂਪਰੇਚਰ 'ਤੇ ਇਹ ਜਿਹੜੇ ਪੈਰਾਮੈਗਨੈਟਿਕ ਬਣ ਜਾਂਦੇ ਆ। ਤੇ ਇਸੇ ਕਰਕੇ ਪੈਰਾਮੈਗਨੈਟਿਕ ਸਬਸਟੈਂਸ ਜਿਹੜੇ ਹੈਗੇ ਆ ਫੈਰੋਮੈਗਨੈਟਿਕ, ਇਹਨਾਂ ਨੂੰ ਅਸੀਂ ਕਹਿੰਦੇ ਬੇਸਿਕਲੀ ਹੈ ਪੈਰਾਮੈਗਨੈਟਿਕ ਹੀ ਆ। ਉਸ ਤੋਂ ਬਾਅਦ ਹੈਗੀ ਇਹਦੀ ਡੋਮੇਨ ਥਿਊਰੀ। ਡੋਮੇਨ ਥਿਊਰੀ ਕੀ ਕਹਿੰਦੀ ਹੈ ਕਿ ਜਿਹੜੇ ਫੈਰੋਮੈਗਨੈਟਿਕ ਸਬਸਟੈਂਸ ਆ ਨਾ, ਉਹਦੇ ਵਿੱਚ ਇੰਟਰੈਕਸ਼ਨਸ ਹੁੰਦੀਆਂ ਬਿਟਵੀਨ ਦ ਡਿਫਰੈਂਟ ਐਟਮ ਇਨ ਦੀ ਨੇਬਰਹੁੱਡ, ਤੇ ਉਹ ਹੁੰਦੀਆਂ ਇੰਟਰੈਕਸ਼ਨ ਵੈਰੀ ਕੰਪਲੈਕਸ। ਤੇ ਇਹਨੂੰ ਆਪਾਂ ਐਕਸਚੇਂਜ ਇੰਟਰੈਕਸ਼ਨ ਜਾਂ ਐਕਸਚੇਂਜ ਕਪਲਿੰਗ ਕਹਿੰਦੇ ਆ। ਤੇ ਇਸੇ ਐਕਸਚੇਂਜ ਇੰਟਰੈਕਸ਼ਨ ਕਰਕੇ ਲਾਰਜ ਨੰਬਰ ਆਫ ਐਟੋਮਿਕ ਡਾਈਪੋਲ ਜਿਹੜੇ ਅਲਾਈਨ ਹੋ ਜਾਂਦੇ ਇਨ ਦੀ ਸੇਮ ਡਾਇਰੈਕਸ਼ਨ। ਇੱਕੋ ਡਾਇਰੈਕਸ਼ਨ ਦੇ ਵਿੱਚ ਸਾਰੇ ਅਲਾਈਨ ਹੋ ਜਾਂਦੇ, ਕੁਛ ਇੱਦਾਂ ਕਹਿ ਸਕਦੇ, ਠੀਕ ਹੈ। ਸੇਮ ਡਾਇਰੈਕਸ਼ਨ 'ਚ ਅਲਾਈਨ ਹੋ ਜਾਂਦੇ, ਸੋ ਦੇ ਆਰ ਸੋ ਸਟਰੋਂਗ, ਇੰਨੇ ਸਟਰੋਂਗ ਹੁੰਦੇ ਆ ਨਾ ਕਿ ਈਵਨ ਜੇ ਥਰਮਲ ਵਾਈਬ੍ਰੇਸ਼ਨਸ ਵੀ ਹੋਣ ਉਹਦੇ ਨਾਲ ਵੀ ਇਹਨਾਂ ਦੀ ਅਲਾਈਨਮੈਂਟ ਡਿਸਟਰੋਏ ਨਹੀਂ ਹੁੰਦੀ। ਤੇ ਜਿਹੜੇ ਸਮਾਲ ਰੀਜ਼ਨ ਬਣਦੇ ਆ ਜਿਹਦੇ ਵਿੱਚ ਇਹ ਐਟਮ ਤੇ ਉਹਨਾਂ ਦੇ ਡਾਈਪੋਲ ਮੂਵਮੈਂਟਸ ਹੁੰਦੇ, ਮੈਗਨੈਟਿਕ ਮੂਵਮੈਂਟਸ ਅਲਾਈਨ ਹੁੰਦੇ ਆ, ਉਹਨਾਂ ਆਪਾਂ ਕਹਿੰਦੇ ਡੋਮੇਨ। ਤੇ ਉਹ ਜਿਹੜੇ ਡੋਮੇਨ ਆ ਉਹ ਸਪੋਜ਼ ਟੂ ਐਗਜ਼ਿਸਟ ਥਰੂ ਆਊਟ ਦਾ ਮੈਗਨੈਟਿਕ ਮਟੀਰੀਅਲ। ਪੂਰੇ ਮਟੀਰੀਅਲ ਮੈਗਨੈਟਿਕ ਮਟੀਰੀਅਲ ਦੇਖੋ ਡੋਮੇਨ ਬਣੇ ਹੋਏ ਆ ਜਿਹਨਾਂ ਵਿੱਚ ਉਹਨਾਂ ਦੇ ਐਟੋਮਿਕ ਜਿਹੜੇ ਮੂਵਮੈਂਟਸ ਮੈਗਨੈਟਿਕ ਮੂਵਮੈਂਟ ਅਲਾਈਨਸ ਦਿਖਾਏ ਹੋਏ ਆ, ਠੀਕ ਹੈ। ਹਰ ਐਰੋ ਕੀ ਸ਼ੋ ਕਰਦਾ? ਮੈਗਨੈਟਿਕ ਮੂਵਮੈਂਟ ਉਸ ਡੋਮੇਨ ਦਾ। ਤੇ ਵੋਲਿਊਮ ਇਹਦਾ ਦੇਖ ਲਓ 10⁻² ਸੈਂਟੀਮੀਟਰ ਕਿਊਬ ਤੋਂ 10⁻6 ਸੈਂਟੀਮੀਟਰ ਕਿਊਬ ਹੁੰਦਾ। ਤੇ ਇਹ ਵੀ ਯਾਦ ਰੱਖਿਓ ਇੱਕ ਡੋਮੇਨ ਦੇ ਵਿੱਚ ਘੱਟੋ ਘੱਟ 10⁻16 ਜਿਹੜੇ ਐਟੋਮਿਕ ਡਾਈਪੋਲ ਹੋ ਸਕਦੇ ਆ। ਫੈਰੋਮੈਗਨੈਟਿਕ ਸਬਸਟੈਂਸ ਜਿਹੜੇ ਇੰਟ੍ਰਿੰਸਿਕਲੀ ਮੈਗਨੇਟਾਈਜ਼ ਹੁੰਦੇ, ਇਹ ਇੰਪੋਰਟੈਂਟ ਗੱਲ ਆ ਕਿ ਐਕਸਟ੍ਰਿੰਸਿਕਲੀ ਨਹੀਂ ਹੈਗੇ। ਮਤਲਬ ਬਾਹਰੋਂ ਮੈਗਨੈਟਿਕ ਫੀਲਡ ਤੁਸੀਂ ਨਾ ਵੀ ਦਿਓ ਨਾ, ਮਤਲਬ ਇਨ ਦੀ ਐਬਸੈਂਸ ਆਫ ਮੈਗਨੈਟਿਕ ਫੀਲਡ ਵੀ ਇਹ ਮੈਗਨੇਟਾਈਜ਼ਡ ਰਹਿੰਦੇ ਆ। ਬਟ ਜਿਹੜੇ ਡੋਮੇਨ ਇਹਦੇ ਅੰਦਰ ਇਸ ਤਰ੍ਹਾਂ ਅਲਾਈਨ ਹੋਏ ਹੁੰਦੇ ਕਿ ਇੱਕ ਦੂਜਾ ਇਫੈਕਟ ਕੈਂਸਲ ਕਰਕੇ ਮੈਗਨੈਟਿਕ ਮੂਵਮੈਂਟ 'ਚ 0 ਹੋ ਜਾਂਦਾ। ਅਦਰਵਾਈਜ਼ ਇਹ ਹੈ ਇੰਟ੍ਰਿੰਸਿਕਲੀ ਮੈਗਨੇਟਾਈਜ਼ਡ ਹੈ, ਬਾਹਰੋਂ ਨਹੀਂ ਹੈਗੇ। ਬਟ ਜਦੋਂ ਤੁਸੀਂ ਬਾਹਰੋਂ ਮੈਗਨੈਟਿਕ ਫੀਲਡ ਦਿੰਦੇ, ਅਪਲਾਈ ਕਰਦੇ ਆ, ਤੇ ਸਾਰੇ ਐਟਮ ਆਪਣੇ ਆਪ ਨੂੰ ਉਸੇ ਡਾਇਰੈਕਸ਼ਨ 'ਚ ਜਿੱਧਰ ਨੂੰ ਮੈਗਨੈਟਿਕ ਫੀਲਡ ਦੇ ਰਹੇ ਹੋ ਉਸੇ ਡਾਇਰੈਕਸ਼ਨ 'ਚ ਅਲਾਈਨ ਕਰਦੇ ਆ, ਅਲਾਈਨ ਦੈਮਸੈਲਫ ਅਲੋਂਗ ਦ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਇਹਦਾ ਮਤਲਬ ਕੀ ਆ? ਇਟ ਮੀਨਸ ਜੇ ਡੋਮੇਨ ਆ ਇਨ ਵਿਚ ਐਟਮ ਅਲਾਈਨ ਹੋਏ ਆ ਇਨ ਦੀ ਡਾਇਰੈਕਸ਼ਨ ਆਫ ਅਪਲਾਈਡ ਫੀਲਡ, ਉਹ ਐਕਸਪੈਂਡਸ ਹੁੰਦੇ ਆ ਐਟ ਦੀ ਕੋਸਟ ਆਫ ਅਦਰ ਡੋਮੇਨ ਜਿਹਦੇ ਵਿੱਚ ਉਹ ਨਹੀਂ ਅਲਾਈਨ ਹੈਗੇ ਇਨ ਦੀ ਡਾਇਰੈਕਸ਼ਨ ਆਫ ਅਪਲਾਈਡ ਫੀਲਡ। ਤੇ ਲੋ, ਹੁਣ ਅਸੀਂ ਪੜ੍ਹਦੇ ਲੋ ਤੇ ਹਾਈ, ਤੇ ਲੋ ਐਕਸਟਰਨਲ ਫੀਲਡ ਜੇ ਦਿੱਤਾ ਫੇਕ ਹੋਣਾ, ਐਟਮ ਜਿਹੜੇ ਆ ਉਹ ਪਾਰਸ਼ਲੀ ਅਲਾਈਨ ਹੋਣੇ ਆ, ਬਟ ਸਟਰੈਂਥ ਫੀਲਡ ਦੀ ਇਨਕਰੀਜ਼ ਕਰੀ ਜਾਣੀ ਆ ਕਿਉਂਕਿ ਉਹਦਾ ਫੀਲਡ ਪ੍ਰੋਵਾਈਡ ਕਰ ਰਹੇ ਆ, ਤੇ ਅਲਾਈਨਮੈਂਟ ਐਂਡ ਦਾ ਸਾਈਜ਼ ਜਿਹੜਾ ਡੋਮੇਨ ਦਾ ਉਹ ਵੱਧ ਜਾਣਾ, ਠੀਕ ਹੈ। ਬਟ ਜੇ ਅਸੀਂ ਫੀਲਡ ਹਾਈ ਦਿੰਦੇ ਆ, ਆਲ ਡੋਮੇਨ ਅਲਾਈਨ ਹੋ ਜਾਣੇ ਆ ਐਂਡ ਦੇਅਰ ਇਜ਼ ਨੋ ਫਰਦਰ ਇਨਕਰੀਜ਼ ਇਨ ਦਾ ਮੈਗਨੇਟਾਈਜੇਸ਼ਨ, ਬਹੁਤ ਹਾਈ ਤੇ। ਔਨ ਡਿਕਰੀਜ਼ਿੰਗ ਦਾ ਮੈਗਨੈਟਿਕ ਫੀਲਡ ਕੀ ਹੋਣਾ? ਸਾਰੇ ਜਿਹੜੇ ਡੋਮੇਨ ਆ ਡੂ ਨੋਟ ਰਿਟਰਨ ਟੂ ਦੇਅਰ ਓਰੀਜਨਲ ਪੋਜੀਸ਼ਨ 'ਤੇ ਨਹੀਂ ਹੋਣੇ, ਵੈਨ ਦਾ ਮੈਗਨੈਟਿਕ ਫੀਲਡ ਰਿਡਿਊਸ ਟੂ 0। ਦੇਖੋ ਜੋ 0 ਵੀ ਕਰ ਦੇਣਾ ਸਟਿਲ ਉੱਥੇ ਕੀ ਹੋਣਾ? ਤਾਂ ਮੈਗਨੇਟਾਈਜੇਸ਼ਨ ਸਟੇਟ ਹੋਣੀ ਹੈ। ਐਂਡ ਦਾ ਮੈਗਨੇਟਾਈਜੇਸ਼ਨ ਜਿਹੜੀ ਇਹੀ ਨਾ 0 'ਤੇ ਵੀ ਰਿਟੇਨ ਹੁੰਦੀ, ਉਹਨੂੰ ਰੈਜ਼ੀਡੂਅਲ ਮੈਗਨੇਟਿਜ਼ਮ ਕਹਿੰਦੇ ਆ। ਮਤਲਬ 0 'ਤੇ ਵੀ ਦੇਖੋ ਐਗਜ਼ਿਸਟ ਕਰ ਰਹੀ ਹੈ। ਐਜ਼ ਦ ਟੈਂਪਰੇਚਰ ਆਫ ਮਟੀਰੀਅਲ ਵਧਾਈ ਜਾ ਰਹੀ ਹੋ, ਇੰਟਰਨਲ ਐਨਰਜੀ ਇਨਕਰੀਜ਼ ਕਰੇਗੀ ਐਂਡ ਦਿਸ ਇਨਕਰੀਜ਼ ਇਨ ਇੰਟਰਨਲ ਐਨਰਜੀ ਨਾਲ ਕੀ ਹੋਏਗਾ? ਕਾਰਨ ਹੋਏਗਾ ਇਹੀ ਕਾਰਨ ਕੀ ਹੋਣਾ? ਸਾਰੇ ਐਟਮ ਜਿਹੜੇ ਆ ਉਹ ਬ੍ਰੇਕ ਹੋਣਗੇ, ਆਲ ਦ ਐਟਮ ਟੂ ਬ੍ਰੇਕ ਲੌਸ ਫਰੋਮ ਦੇਅਰ ਨੇਬਰ ਐਂਡ ਅ ਪਰਟੀਕੂਲਰ ਟੈਂਪਰੇਚਰ ਨੂੰ ਕਿਊਰੀ ਟੈਂਪਰੇਚਰ ਕਹਿੰਦੇ। ਸਾਰੇ ਐਟੋਮਿਕ ਡਾਈਪੋਲ ਸੈਂਪਲ ਦੇ ਆਪਣੀ ਅਲਾਈਨਮੈਂਟ ਨੂੰ ਲੌਸ ਕਰ ਦਿੰਦੇ, ਇਸ ਕਰਕੇ ਉਹ ਪੈਰਾਮੈਗਨੈਟਿਜ਼ਮ ਹੋ ਜਾਂਦਾ। ਨੋਟ ਕਰੋ ਦ ਇੰਪਿਊਰਿਟੀਜ਼ ਔਰ ਇੰਪਰਫੈਕਸ਼ਨ ਇਨ ਦ ਕ੍ਰਿਸਟਲ ਸਟਰਕਚਰ ਆਫ ਅ ਸੈਂਪਲ ਕ੍ਰੀਏਟ ਹਿੰਡਰੈਂਸ ਟੂ ਦ ਮੈਗਨੇਟਿਜ਼ਮ ਐਂਡ ਡੀਮੈਗਨੇਟਿਜ਼ਮ। ਜੇ ਇੰਪਿਊਰਿਟੀਜ਼ ਦਾ ਇੰਪਰਫੈਕਸ਼ਨ ਲਿਆਓਗੇ ਨਾ ਕ੍ਰਿਸਟਲ ਸਿਸਟਮ ਦੇ ਵਿੱਚ, ਉਹਨਾਂ ਹਿੰਡਰੈਂਸ ਆਏਗੀ ਮੈਗਨੇਟਾਈਜੇਸ਼ਨ ਲਈ ਵੀ ਤੇ ਡੀਮੈਗਨੇਟਾਈਜ਼ੇਸ਼ਨ ਰੋਕ ਲੱਗੇਗੀ ਉਹਨੂੰ।
ਕੁਝ ਪ੍ਰੋਪਰਟੀਜ਼ ਦੇਖ ਲਓ ਫੈਰੋਮੈਗਨੈਟਿਕ ਸਬਸਟੈਂਸ ਦੀਆਂ ਕੀ ਹੁੰਦੀਆਂ। स्ट्रॉन्गली अट्रैक्ट होंगे बाय द मैगनेट, पहली प्रॉपर्टी ठीक है ना कि दे आर स्ट्रॉन्गली अट्रैक्ट बाय द मैगनेट। दूसरा फेरोमैग्नेटिक सब्सटेंस मूव फ्रॉम द वीकर पार्ट टू द स्ट्रॉन्गर पार्ट ऑफ मैगनेटिक फील्ड। हमेशा इन्होंने वीकर तो जिधर वीक आ उधर किधर जाना स्ट्रॉन्ग पार्ट वाल। जे फ्रीली सस्पेंडेड कोई फेरोमैग्नेटिक सबसटेंस आ वो अपने आप में इटसैल्फ अलॉन्ग द डायरैक्शन ऑफ एक्सटर्नल मैगनेटिक फील्ड अपने आप कर लैंदा। जिद्दों एक्सटर्नल मैगनेटिक फील्ड है उधर अपने आप कर लेना, लाइन कर लेना। तो जो कोई फेरोमैगनेटिक सबसटेंस आप प्लेस करते मैगनेटिक फील्ड के अंदर तो जी लाइन ऑफ फोर्स होंगे वो प्रैफर करदियाँ टू पास थ्रू इट, ये पास करदियाँ। मतलब जो तुम मैगनेटिक फील्ड अंदर रखते हो तो मैगनेटिक लाइन ऑफ फोर्स तो होनी है वो ये पास करनगियाँ फेरोमैगनेटिक मटीरियल जो असी मैगनेटिक फील्ड के अंदर रखाया। परमेबिलिटी तो आप पढ़े हैं, वेरी ग्रेटर दैन यूनिटी है ना। फेरोमैगनेटिक सबसटेंस गेट मैगनेटाइज्ड स्ट्रॉन्गली इन द डायरैक्शन ऑफ अप्लाइड मैगनेटिक फील्ड। आप पढ़िया और डोमेन थ्योरी भी पढ़िया कि जिद्दों अपलाइड करांगे ना मैगनेटिक फील्ड उद्धों इन्हें मैगनेटाइज्ड होना। ठीक है, तो सस्कैप्टेबिलिटी पॉजिटिव होंगी, आप पढ़े हैं ये चीज़ा। फेरोमैगनेटिक सबसटेंस ओबे करते क्यूरी ला नूं। क्यूरी ला की होंदा जी मैगनेटिक सस्कैप्टेबिलिटी है इनवर्सली प्रोपोर्शनल टू टैंपरेचर। दिस इज़ द क्यूरी ला, पूछा भी जाता पेपर च। ठीक है, जे तो आप पढ़िया सीगा ये एक खास टैंपरेचर है जिहदे तेरी सस्कैप्टेबिलिटी डिक्रीज़ करती है तो ये जोड़े आ फैरो तो पैरा बन जाते, पैरामैगनेटिक बन जाते है ना। पढ़िया है आप चीज़। पर्टिकुलर टैंपरेचर जिहदे क्यूरी टैंपरेचर कहने फेरोमैगनेटिक करैक्टर डिसअपेयर हो जाता तो एक ही बन जाते पैरामैगनेटिक, जो हुणे तुहानूं दस्सिया मैं। मान लो टी दा ग्रेटर दैन टी हो गया, सस्कैप्टेबिलिटी वेरी करेगी क्यूरी टैंपरेचर तो, जो मान लो टैंपरेचर बढ़ जाता फिर ये सस्कैप्टेबिलिटी वेरी करेगी विद टैंपरेचर अकॉर्डिंग टू क्यूरी विसिस लॉ। ठीक है, ये गिवन बाय काई एम इक्वल टू सी अपॉन टी माइनस टी। ये सीधे ही ना कई बार स्टेटमेंट पूछा जाता वट इज़ क्यूरी लॉ स्टेटमेंट देगा ये वाली ऑप्शन के क्यूरी विसिस लॉ की स्टेटमेंट देगा। सो सी इज़ हियर द क्यूरी कॉन्सटेंट। एग्जाम्पल देती हैं निकल, आयरन, कोबाल्ट, ठीक है, एलनिको, ये सारे वो जो सबसटेंस है उन्होंने एग्जाम्पल है। ठीक है जी। सो नैक्सट ये एक क्वेश्चन है वाई इज़ फेरोमैगनेटिज्म नॉट फाउंड इन लिक्विड एंड गैसिस। जो फेरोमैगनेटिज्म है लिक्विड के गैसिस नहीं होंगे। आप स्टार्टिंग पढ़िया ना सानू सिर्फ सॉलिड्स मिलता, लिक्विड के गैसिस क्यों नहीं मिलता? क्योंकि जी एटॉमिक डाइपोल उन्होंने कंप्लीटली अलाइनमेंट ही नहीं पॉसीबल हो पाती लिक्विड ते सॉलिड दे विच। इसलिए सानू कंप्लीट अलाइनमेंट चाहिए होंगी एटॉमिक डाइपोल्स। जिन्ने भी डाइपोल्स है उन्होंने कंप्लीटली अलाइनमेंट चाहिए बट लिक्विड गैसिस जो पॉसीबल नहीं होंगी। इस करके जो लिक्विड या गैसिस आ वो फेरोमैगनेटिज्म जो शो नहीं करते। क्लीयर है जी। सो तुहानूं ये प्रॉपर्टीज़ क्लीयर है कि स्ट्रॉन्गली अट्रैक्ट होंगे पहली गल। दूसरा वीकर पार्ट तो स्ट्रॉन्ग पार्ट इन्हें मैगनेटिक फील्ड वैल जाना। जो एक्सटर्नल मैगनेटिक फील्ड दोगे इन्हें अपने आप उधर अलाइन करवा लेना। ठीक है, तो दूसरा जो लाइन ऑफ जड़ियाँ फोर्सिस वो प्रैफर कर दी ये पास करनगियाँ जे तुसीं उहनूं रखोगे मैगनेटिक फील्ड के अंदर। परमेबिलिटी ग्रेटर दैन 1 होएगी, सस्कैप्टेबिलिटी पॉजिटिव होएगी। ठीक है, तो इन दी डायरैक्शन ऑफ मैगनेटिक फील्ड स्ट्रॉन्गली मैगनेटाइज होंगे। क्यूरी टैंपरेचर क्यूरी लॉ नूं ओबे करते हैं, क्यूरी विसिस लॉ नूं ओबे करते हैं। ठीक है, मतलब कि एक क्यूरी टैंपरेचर जाके ये फेरोमैगनेटिक तो की बन जाते पैरामैगनेटिक बन जाते इदां दी प्रॉपर्टीज़। बाकी ये डोमेन थ्योरी तो आकी यह भी याद रखना वैरी हाई फील्ड ते की हुंदा सारे डोमेन अलाइन होंगे एंड कोई फर्दर इनक्रीज़ नहीं होंदा मैगनेटाइजेशन तो डिक्रीज़ करन ते डोमेन अपने ओरिजिनल स्टेट ते नहीं होंदे। ईवन जो मैगनेटिक फील्ड जीरो भी कर दें हजे तक भी वो मैगनेटाइजेशन स्टेट ते रहिंदे जिन्होंने आपां कहने रेजिडुअल मैगनेटिज्म। ये बहुत इंपॉर्टेंट चीज़ है। तो इंपरफेक्शनस जिन्नियां लियाओगे इंप्योरिटीज़ डालोगे उस सिंपल सिस्टम के ना हिंड्रस आएगी मैगनेटाइजेशन ते डीमैगनेटाइजेशन के। सो इदां दे पॉइंट्स कई बार डायरैक्ट पूछे जाते हैं ना। फेरोमैगनेटिज्म एक इंपॉर्टेंट टॉपिक है। डोमेन थ्योरी तुहानूं पता होनी चाहिए किन्ने वॉल्यूम किन्ने कंटेन करते हैं ये पता होना चाहिए। बाकी ये भी पता होना चाहिए इंट्रिंसिकली मैगनेटाइज एक्सट्रिंसिकली नहीं है इदां दे छोटे छोटे पॉइंट। ठीक है, फिर ये वाला तो तुहानूं दस दित्ता ये 5 सबसटेंसिस के नाम याद कर ले भी पूछे जा सकते हैं। सो कुछ इन्नियां जी चीज़ां बहुत इंपॉर्टेंट है चंगी तरह कर लेना। जे तुहानूं वीडियो पसंद है मैनूं लाइक एंड कमेंट करके जरूर दसना। थैंक्स फॉर वॉचिंग द वीडियो।